5 डिग्री टेंपरेचर रखी जाती है। साढ़े 3 ਫਿਰੋਜ਼ਪੁਰ ਅੰਮ੍ਰਿਤਸਰ ਤੇ ਹੁਸ਼ਿਆਰਪੁਰ ਰੀਜਨਲ ਵੈਕਸੀਨ ਸਟੋਰ ਹਨ। ਹਰ ਜ਼ਿਲ੍ਹੇ ਦੇ ਵਿੱਚ ਆਈਸ ਲਾਈਨ ਰੈਫ੍ਰਿਜਰੇਟਰ ਯੂਜ਼ ਕੀਤੇ ਜਾਂਦੇ ਹਨ ਜਿੱਥੇ ਟੈਂਪਰੇਚਰ ਤਕਰੀਬਨ रूटीन इम्यूनाइजेशन में 1 करोड़ तो बाद वैक्सीन ਦੀਆਂ ਖੁਰਾਕਾਂ ਅਸੀਂ ਕਿਸੇ ਵੀ ਸਮੇਂ ਆਪਣੇ ਕੋਲ ਸਟੋਰ ਕਰ ਸਕਦੇ ਹਾਂ। ਅੱਛਾ ਸਾਡਾ ਸਿਸਟਮ ਸਾਡੇ ਟ੍ਰੇਨ ਵੈਕਸੀਨੇਟਡ ਹਨ ਔਰ ਇਸ ਤੋਂ ਇਲਾਵਾ ਅਸੀਂ ਜ਼ਰੂਰਤ ਪਏ ਤਾਂ ਇੱਕ ਵੈਕਸੀਨ ਲਗਾਉਣ ਵਾਸਤੇ ਪ੍ਰੋਪਰ ਇਲੈਕਸ਼ਨ ਦੀ ਤਰ੍ਹਾਂ ਮੈਨੇਜ ਕੀਤਾ ਜਾਂਦਾ ਹੈ। ਚੰਡੀਗੜ੍ਹ ਹਸਪੀਟਲ ਵਾਂਟ ਟੂ ਡੂ ਮਚ ਹਾਂਜੀ ਅੱਛਾ ਮੈਮ ਦੱਸ ਦਿਓ ਅੱਜ ਜਿਹੜਾ ਗੱਲ ਕੀਤਾ ਗਿਆ ਮੁੱਖ ਮੰਤਰੀ ਸਾਹਿਬ ਵੱਲੋਂ ਬਾਰੇ ਦੱਸੋ। ਅੱਜ ਦੋ ਬੜੇ ਇੰਪੋਰਟੈਂਟ ਫੰਕਸ਼ਨਸ ਹੋਏ ਨੇ। ਪਹਿਲੇ ਜਿਹੜਾ ਘਰ ਘਰ ਰੋਜ਼ਗਾਰ ਦੇ ਵਿੱਚ ਜਿੱਥੇ ਮੁੱਖ ਮੰਤਰੀ ਸਾਹਿਬ ਨੇ ਦੱਸਤਾ ਕਿ ਕਿੰਨੇ ਲੱਖ ਅੱਜ ਤੱਕ ਨੌਕਰੀਆਂ ਮਿਲ ਗਈਆਂ ਨੇ, ਉਹਦਾ ਇੱਕ ਹਿੱਸਾ ਸਾਡੇ ਡਿਸਟ੍ਰਿਕਟ ਦੇ ਵਿੱਚ ਔਰ ਪਟਿਆਲੇ ਸ਼ਹਿਰ ਦੇ ਵਿੱਚ ਡੈਪੂਜ਼ ਦੇਣ ਦਾ ਕਿ ਆਪ ਨੌਕਰੀ ਕਰਨ, ਆਪ ਕਮਾਉਣ। ਪੂਰੇ ਡਿਸਟ੍ਰਿਕਟ ਦੇ ਵਿੱਚ 70 ਮੇਰੇ ਖਿਆਲ 'ਚ ਡੈਪੂ ਮਿਲੇ ਆ। ਪਟਿਆਲੇ ਸ਼ਹਿਰ ਦੇ ਜਿਹੜੇ ਨੇ ਉਹ 70 72 73 ਸ਼ਾਇਦ ਹੋਣਗੇ। ਹਾਂਜੀ ਬਾਕੀ ਦਾ ਪ੍ਰੋਸੈਸ ਚੱਲ ਰਿਹਾ। 70 ਹੋ ਗਏ ਨੇ ਕੰਪਲੀਟ ਅਤੇ ਅੱਜ ਰਸਮੀ ਤੌਰ ਦੇ ਉੱਤੇ 5 ਨੂੰ ਦਿੱਤਾ ਗਿਆ, ਬਾਕੀ ਅੱਜ ਸਭ ਨੂੰ ਮਿਲ ਜਾਣਗੇ। ਸੋ ਸਾਰਿਆਂ ਨੂੰ ਵਧਾਈ। ਆਸ ਰੱਖਦੇ ਹਾਂ ਕਿ ਇਹਦੇ ਵਿੱਚੋਂ ਇਹਨਾਂ ਦਾ ਘਰ ਚੱਲੇ ਔਰ ਘਰ ਬੈਠ ਕੇ ਇਹ ਆਪਣਾ ਕਮਾਈ ਕਰਨ। ਦੂਜੀ ਜਿਹੜੀ ਗੱਲ ਹੈ, ਅੱਜ ਵੈਕਸੀਨ ਸ਼ੁਰੂਆਤ ਹੋਈ ਹੈ। ਪਿਛਲੇ ਸਾਲ ਹਾਲੇ ਸਾਲ ਪੂਰਾ ਨਹੀਂ ਹੋਇਆ ਜਦ ਤੋਂ ਕੋਵਿਡ ਇੱਥੇ ਆਈ, ਜਨਵਰੀ ਦੇ ਮਹੀਨੇ 'ਚ ਕੇਰਲਾ ਤੋਂ। ਉਸ ਦੇ ਬਾਅਦ ਫੈਲੀ ਸਾਰੇ ਕਿਤੇ। ਪੰਜਾਬ 'ਚ ਵੀ ਬਹੁਤ ਜ਼ਿਆਦਾ ਸਾਡੇ ਪੋਪੂਲੇਸ਼ਨ ਦੇ ਹਿਸਾਬ ਨਾਲ ਹੋਏ, ਪਰ ਬਹੁਤ ਵਧੀਆ ਤਰੀਕੇ ਨਾਲ ਕੰਟਰੋਲ ਕੀਤਾ। ਮੈਂ ਆਪਣੇ ਜਿਹੜੇ ਸਾਰੇ ਇੱਥੋਂ ਦੇ ਡਾਕਟਰ, ਨਰਸਿਸ, ਵਰਕਰਸ, ਜਿਹੜੇ ਕਰਮਚਾਰੀ ਸੀ ਮਿਊਨਿਸਪੈਲਿਟੀ ਦੇ, ਸਾਰਿਆਂ ਨੇ ਜਿਨ੍ਹਾਂ ਨੇ ਫਰੰਟ ਲਾਈਨ ਦੇ ਉੱਤੇ ਆ ਕੇ ਕੰਮ ਕੀਤਾ। ਅਤੇ ਬਹੁਤ ਹੀ ਭਿਆਨਕ ਮਹਾਂਮਾਰੀ ਸੀ, ਇਸ ਦਾ ਡਰ ਵੀ ਬਹੁਤ ਸੀ। ਉਹਦੇ ਬਾਵਜੂਦ ਜਿਸ ਤਰ੍ਹਾਂ ਸਿਪਾਹੀ ਲੜਦੇ ਨੇ ਨਾ ਫਰੰਟ ਲਾਈਨ ਦੇ ਉੱਤੇ ਸਰਹੱਦਾਂ 'ਤੇ, ਇਸ ਤਰ੍ਹਾਂ ਕੰਮ ਚੱਲਿਆ। ਉਹਨਾਂ ਦਾ ਮੈਂ ਬਹੁਤ ਬਹੁਤ ਦਿਲੋਂ ਆਪਣੇ ਵੱਲੋਂ ਧੰਨਵਾਦ ਕਰਦੀ ਹਾਂ। ਔਰ ਅੱਜ ਜੋ ਸ਼ੁਰੂਆਤ ਹੋਈ ਹੈ ਸਾਰੇ ਦੇਸ਼ ਦੇ ਵਿੱਚ ਕਿ ਔਰ ਖਾਸ ਕਰਕੇ ਸਾਡੇ ਆਪਣੇ ਪੰਜਾਬ 'ਚ ਇਹ ਵੈਕਸੀਨੇਸ਼ਨ ਦੇਣ ਦੀ, ਇਹ ਵੀ ਇੱਕ ਬਹੁਤ ਵੱਡੀ ਗੱਲ ਹੈ। ਔਰ ਇਹ ਵੀ ਜਿਹੜੀ ਹੈਗੀ ਹੈ ਇਹ ਸਾਡੇ ਦੇਸ਼ ਦੇ ਵਿੱਚ ਜਿਹੜੀ ਬਣੀ ਹੈ, ਅਸੀਂ ਬਾਹਰ ਵੀ ਇਹ ਦਵਾਈ ਭੇਜਾਂਗੇ। ਇਸ ਲਈ ਸਾਡੇ ਦੇਸ਼ ਦੇ ਸਾਇੰਟਿਸਟ, ਸਾਡੇ ਦੇਸ਼ ਦੇ ਜਿਨ੍ਹਾਂ ਨੇ ਬਣਾਈ ਹੈ, ਉਹਨਾਂ ਨੂੰ ਵੀ ਧੰਨਵਾਦ ਔਰ ਵਧਾਈ। ਔਰ ਮੈਂ ਆਸ ਰੱਖਦੀ ਹਾਂ ਕਿ ਇਹਦੇ ਨਾਲ ਇਹ ਜਿਹੜੀ ਮਹਾਂਮਾਰੀ ਹੈ ਇਹਦੇ ਉੱਤੇ ਠੱਲ ਪਊਗਾ ਔਰ ਅਸੀਂ ਆਪਣੀ ਜਿਹੜੀ ਸਾਡੀ ਇਹ ਜ਼ਿੰਦਗੀ ਥੋੜ੍ਹੀ ਜਿਹੀ ਇਸ ਦੇ ਵਿੱਚ ਨੁਕਸਾਨ ਬਹੁਤ ਹੋਇਆ ਪਿਛਲੇ ਸਾਲ 'ਚ ਮਾਲੀ ਤੌਰ 'ਤੇ, ਜਾਨੀ ਤੌਰ 'ਤੇ, ਉਹ ਰੁਕੇਗਾ ਔਰ ਅਸੀਂ ਅੱਗੇ ਵਧਾਂਗੇ। ਹੁਣ ਤੁਸੀਂ ਕਿਵੇਂ ਦੇ ਰਹੇ ਹੋ ਜਿਵੇਂ ਕਿਸਾਨ ਠੰਡ ਕਾਫੀ ਵੱਧ ਰਹੀ ਹੈ, ਕਿਸਾਨ ਜਿਹੜੇ ਹੈਗੇ ਨੇ ਅੱਜ ਵੀ ਡਟੇ ਹੋਏ ਨੇ ਔਰ ਮੀਟਿੰਗਾਂ ਦੌਰਾ ਉਵੇਂ ਚੱਲਦਾ ਆ ਰਿਹਾ, ਕੋਈ ਹਜੇ ਤੱਕ ਹੱਲ ਨਹੀਂ ਪਹੁੰਚ ਪਾਇਆ। ਬਹੁਤ ਦੁੱਖ ਭਰੀ ਗੱਲ ਹੈ ਕਿ 9 ਮੀਟਿੰਗਾਂ ਹੋ ਚੁੱਕੀਆਂ ਔਰ ਹਾਲੇ ਤੱਕ ਸੈਂਟਰਲ ਗਵਰਨਮੈਂਟ ਨੇ ਕਿਸਾਨਾਂ ਦਾ ਹੱਲ ਨਹੀਂ ਕੱਢਿਆ ਕੋਈ। 19 ਤਰੀਕ ਨੂੰ ਫਿਰ ਮੀਟਿੰਗ ਕਾਲ ਕੀਤੀ ਹੈ ਔਰ ਜਿਸ ਤਰ੍ਹਾਂ ਦਾ ਚੱਲ ਰਿਹਾ ਹੈ ਕੋਈ ਬਾਹਲੀ ਆਸ ਨਹੀਂ ਹੈ, ਪਰ ਫਿਰ ਵੀ ਅਸੀਂ ਸਾਰੇ ਪ੍ਰਾਰਥਨਾ ਕਰਦੇ ਹਾਂ ਕਿ ਇਹਦਾ ਹੱਲ ਨਿਕਲੇ ਔਰ ਜੋ ਜਾਇਜ਼ ਮੰਗਾਂ ਨੇ ਕਿਸਾਨਾਂ ਦੀਆਂ, ਕਿਉਂਕਿ ਐਵੇਂ ਇਸ ਮੌਸਮ ਦੇ ਵਿੱਚ, ਕਿਸੇ ਮੌਸਮ ਦੇ ਵਿੱਚ ਵੀ ਆਪਣਾ ਘਰ-ਬਾਰ ਛੱਡ ਕੇ, ਜੇ ਸਮਝ ਲਓ 2 ਮਹੀਨੇ ਹੋ ਗਏ ਨੇ ਕੋਈ ਜਾ ਕੇ ਬਾਹਰ ਬੈਠੇ, ਇਹਦੇ ਨਾਲ ਤਾਂ 70 ਤੋਂ ਉੱਪਰ ਕਿਸਾਨਾਂ ਦੀਆਂ ਮੌਤਾਂ ਹੋ ਗਈਆਂ ਨੇ। ਤਾਂ ਤੁਸੀਂ ਸੋਚੋ ਕਿ ਜੇ ਕਹੋ ਇੱਕ ਮੌਤ ਦਿਨ ਦੀ, ਉਸ ਤੋਂ ਵੀ ਜ਼ਿਆਦਾ ਐਵਰੇਜ ਆਈ ਹੈ। ਇਹ ਇੱਕ ਬਹੁਤ ਦੁੱਖ ਭਰੀ ਕਹਾਣੀ ਹੈ ਕਿ ਜਿਹੜਾ ਅੰਨਦਾਤਾ ਖਿਲਾਉਂਦਾ ਹੈ ਉਸ ਦੀ ਗੱਲ ਨਹੀਂ ਤੁਸੀਂ ਸੁਣਦੇ ਔਰ ਉਹਨਾਂ ਨੂੰ ਇਹ ਜਿਹਾ ਕੰਮ ਕਰਨਾ ਪੈਂਦਾ ਹੈ। ਇਹ ਇਤਿਹਾਸਿਕ ਇਹਨਾਂ ਨੇ ਆਪਣਾ ਅੰਦੋਲਨ ਚਾਲਿਆ ਹੋਇਆ, ਬਹੁਤ ਸ਼ਾਂਤੀਪੂਰਵਕ ਸਾਰੀ ਦੁਨੀਆ ਨੂੰ ਇਹ ਦਿਖ ਰਿਹਾ ਹੈ। ਤਾਂ ਮੈਂ ਮੋਦੀ ਜੀ ਨੂੰ ਦਰਖਾਸਤ ਕਰਦੀ ਹਾਂ ਕਿ ਇਸ 'ਤੇ ਜ਼ਰੂਰ ਤੁਸੀਂ ਗੌਰ ਕਰੋ, ਕਿਉਂਕਿ ਇਹ ਜਾਇਜ਼ ਮੰਗ ਹੈ
ਜੇ ਤੁਹਾਡੇ ਲਾਅ ਇੰਨੇ ਵਧੀਆ ਹੁੰਦੇ ਕਿਸਾਨਾਂ ਲਈ ਤਾਂ ਕਿਸਾਨ ਐ ਨਾ ਉੱਠਦੇ, ਜ਼ਮੀਨ ਨਾਲ ਜੁੜੇ ਹੋਏ ਆ, ਇਹਨਾਂ ਨੂੰ ਪਤਾ ਹੈ ਕਿ ਸਾਡਾ ਕੀ ਨੁਕਸਾਨ ਹੈ, ਕੀ ਫਾਇਦਾ ਹੈ। ਸੋ ਇਹਨੂੰ ਇੱਕ ਵਾਰੀ ਦੇਖ ਕੇ ਇੰਨਾ ਵੀ ਨਹੀਂ ਸੋਚਣਾ ਚਾਹੀਦਾ। ਕਿਸੇ ਦੇ ਲੋਕਤੰਤਰ ਦੇ ਲੋਕਾਂ ਦੇ ਹੱਕ ਦੇ ਵਿੱਚ ਤੁਸੀਂ ਲੋਕਾਂ ਦੇ ਚੁਣੇ ਹੋਏ ਪ੍ਰਧਾਨ ਮੰਤਰੀ ਹੋ, ਤੁਸੀਂ ਸਮਝੋ ਔਰ ਆਪਣੇ ਕਾਨੂੰਨ ਵਾਪਸ ਲੈ ਕੇ ਨਵੇਂ ਸਿਰੇ ਤੇ ਕਿਸਾਨਾਂ ਦੇ ਨਾਲ ਗੱਲ ਕਰਕੇ ਇਹਨੂੰ ਤੁਹਾਨੂੰ ਲਿਆਉਣਾ ਚਾਹੀਦਾ ਪਾਰਲੀਮੈਂਟ ਦੇ ਵਿੱਚ। ਕਿਤੇ ਨਾ ਕਿਤੇ NRI ਭਰਾ ਜਿਹੜੇ ਹੈਗੇ ਨੇ, ਜਿਹੜੇ ਕਿਸਾਨਾਂ ਯੂਨੀਅਨ ਲਈ ਇਹਨਾਂ ਨੂੰ ਮਦਦ ਕਰ ਰਹੇ ਨੇ, ਉਹਨਾਂ ਨੂੰ ਤੰਗ ਪਛਾਣ ਕੀਤਾ ਜਾ ਰਿਹਾ। ਉਹਨਾਂ ਨੇ ਕਿਹਾ ਕੇਂਦਰ ਜਿਹੜੀ ਸਰਕਾਰ ਹੈ ਸਾਨੂੰ ਤੰਗ ਪਛਾਣ ਕਰ ਰਹੀ ਹੈ, ਉਹਨਾਂ ਦਾ ਤੁਹਾਡਾ ਕੀ ਕਹਿਣਾ ਹੈ? ਇਹਦਾ ਮੈਂ ਨਿੰਦਾ ਕਰਦੀ ਹਾਂ ਕਿ ਬੇਮਤਲਬ ਦੀ ਜਿਹੜੀ ਪਰੇਸ਼ਾਨੀ ਕਰਦੇ ਆ ਉਹ ਨਹੀਂ ਕਰਨੀ ਚਾਹੀਦੀ।